ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ। ਪੱਟੀ ਸਾਹਿਬ ਵੈਲਕਮ। ਸਤਿ ਸ਼੍ਰੀ ਅਕਾਲ ਜੀ। ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਪੱਟੀ ਸਾਹਿਬ ਸਾਡੇ ਨਾਲ ਨੇ। ਅਹਿਮ ਦੋ ਵਿਸ਼ਿਆਂ ਤੇ ਗੱਲ ਕਰਾਂਗੇ ਜੋ ਸਬਜੈਕਟ ਤੁਹਾਡੇ ਨਾਲ ਜੁੜੇ ਹੋਏ ਨੇ, ਜੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਨਾਲ ਜੁੜੇ ਹੋਏ ਨੇ। ਇੱਕ ਤਾਂ ਅਸੀਂ ਗੱਲ ਕਰਾਂਗੇ ਕਿ ਜੋ ਪਿਛਲੇ ਦਿਨ ਵੀ ਅਸੀਂ ਪ੍ਰੋਗਰਾਮ ਕੀਤੇ ਸੀ ਕਿ ਜੋ ਆਪਣੇ ਆਪ ਨੂੰ ਲੀਡਰ ਅਖਵਾਉਂਦੇ ਨੇ, ਇੱਕ ਧਰਮ ਦੇ ਅਖੌਤੀ ਲੀਡਰ ਨੇ, ਉਹ ਲੋਕ ਭੜਕਾਊ ਬਿਆਨ ਦਿੰਦੇ ਨੇ। ਕੀ ਬਿਆਨ ਨੇ, ਹੁਣ ਕੀ ਗੱਲ ਨਿਕਲ ਕੇ ਆਈ ਹੈ। ਜੋ ਮਹਾਰਾਜ ਸਾਕਸ਼ੀ ਮਹਾਰਾਜ, ਉਹ ਮੈਂਬਰ ਪਾਰਲੀਮੈਂਟ ਵੀ ਨੇ, ਉਹ ਉਹਨਾਂ ਦਾ ਵੀ ਭੜਕਾਊ ਕਿਸਮ ਦਾ ਬਿਆਨ ਹੈ। ਕੀ ਬਿਆਨ ਹੈ ਇਹ ਅੱਗੇ ਜਾ ਕੇ ਜ਼ਰੂਰ ਇਹਦੇ 'ਤੇ ਅਸੀਂ ਗੱਲ ਕਰਾਂਗੇ। 3 ਖੇਤੀ ਕਾਨੂੰਨਾਂ ਤੋਂ ਕੋਈ ਤੁਸੀਂ ਅਣਜਾਣ ਨਹੀਂ ਹੋ। ਕਿਸਾਨਾਂ ਨੇ 1 ਸਾਲ ਦਿੱਲੀ ਦੇ ਬਰੂਹਾਂ 'ਤੇ ਬੈਠ ਕੇ 3 ਬਾਰਡਰਾਂ 'ਤੇ ਬੈਠ ਕੇ ਆਹ ਲੜਾਈ ਲੜੀ। ਉਸ ਤੋਂ ਪਹਿਲਾਂ ਪੰਜਾਬ ਦੇ ਅੰਦੋਲਨ ਸੀ। ਪੰਜਾਬ ਤੋਂ ਲੈ ਕੇ ਫਿਰ ਪੂਰੇ ਦੇਸ਼ ਦੇ ਵਿੱਚ ਅੰਦੋਲਨ ਫੈਲ ਗਿਆ। ਕਿਸਾਨ ਕਹਿੰਦੇ ਕਿਸੇ ਕਾਰਪੋਰੇਟ ਦਖਲ ਨਹੀਂ ਚਾਹੁੰਦੇ ਖੇਤੀ ਦੇ ਵਿੱਚ। ਸਰਕਾਰ ਕਹਿੰਦੀ ਸੀ ਕਿ ਆਮਦਨ ਤੁਹਾਡੀ ਡਬਲ ਹੋ ਜੂਗੀ। 3 ਖੇਤੀ ਕਾਨੂੰਨ ਵਾਪਸ ਹੋ ਗਏ। ਹੁਣ ਮੱਧ ਪ੍ਰਦੇਸ਼ ਦੇ ਵਿੱਚ MSP ਤੋਂ ਵੱਧ ਕੇ ਕਣਕ ਖਰੀਦੀ ਜਾ ਰਹੀ ਹੈ। ਸਰਕਾਰ ਦੀ ਆਹ ਸਿੱਧੀ ਚਾਲ ਹੈ, ਸਿੱਧਮ ਸਿੱਧਾ ਸਰਕਾਰ ਦਾ ਹਮਲਾ। ਸਰਕਾਰ ਇਹ ਗੱਲ ਦਿਖਾਉਣਾ ਚਾਹੁੰਦੀ ਹੈ ਕਿਸਾਨਾਂ ਨੇ ਹੀ 3 ਖੇਤੀ ਕਾਨੂੰਨ ਵਾਪਸ ਲਏ, ਨਹੀਂ ਆਮਦਨ ਕਿਸਾਨਾਂ ਦੀ ਡਬਲ ਹੋ ਜਾਣੀ ਸੀ। ਇਸ 'ਤੇ ਵੀ ਥੋੜ੍ਹਾ ਜਿਹਾ ਪੱਟੀ ਸਾਹਿਬ ਨਾਲ ਖੁੱਲ੍ਹ ਕੇ ਗੱਲ ਕਰਾਂਗੇ ਕਿ ਕਿਵੇਂ ਆਹ ਇੱਕ ਜਾਲ ਦੇ ਵਿੱਚ ਕਿਸਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਆਪਣੀਆਂ ਹੀ ਸਰਕਾਰਾਂ ਦੇ ਖਿਲਾਫ ਕਿਸਾਨ ਲੜਾਈ ਲੜ ਰਹੇ ਨੇ। ਇਕੱਲੇ ਆਹ ਅੰਦੋਲਨ ਦਾ ਜੋ ਮੁੱਢ ਹੈ ਇਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ, ਪੰਜਾਬ ਦੇ ਵਿੱਚ ਨਹੀਂ, ਪੂਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਕਿਸਾਨ ਵਸਦਾ ਉਹ ਆਪਣੇ ਛੋਟੇ ਜਾਂ ਵੱਡੇ ਪੱਧਰ ਉੱਤੇ ਆਪਣੀ ਹੀ ਸਰਕਾਰ ਦੇ ਖਿਲਾਫ ਲੜਾਈ ਲੜ ਰਿਹਾ। ਕਿਉਂਕਿ ਲੜਾਈ ਜ਼ਮੀਨਾਂ ਦੀ ਹੈ। ਗੱਲ ਇਹ ਹੈ ਕਿ ਇਸ ਧਰਤੀ ਦੇ ਅਸਲੀ ਵਾਰਸ ਕੌਣ ਨੇ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸੈਕੂਲਰ ਦੇਸ਼ ਦੇ ਵਿੱਚ ਰਹਿੰਦੇ ਹਾਂ, ਸਾਡੀ ਭਾਈਚਾਰਕ ਸਾਂਝਾਂ ਬੜੀ ਮਜ਼ਬੂਤ ਨੇ, ਅਸੀਂ ਭਾਵਨਾਵਾਂ ਦੇ ਤੌਰ 'ਤੇ ਲੋਕਾਂ ਦੇ ਨਾਲ ਜੁੜੇ ਹੋਏ ਹਾਂ। ਪਰ ਜੋ ਲੋਕ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਲੀਡ ਕਰਦੇ ਹਾਂ, ਜਿਨ੍ਹਾਂ ਦੀ ਡਿਊਟੀ ਬਣਦੀ ਹੈ ਲੋਕਾਂ ਨੂੰ ਜੋੜ ਕੇ ਰੱਖਣਾ, ਜੇਕਰ ਉਹ ਹੀ ਪੁੱਠੇ ਸਿੱਧੇ ਬਿਆਨ ਦੇਣ ਲੱਗ ਜਾਣ, ਉਹ ਕਹਿਣ ਕਿ ਸਾਡੇ ਤਾਂ ਧਰਮ ਖਤਰੇ 'ਚ ਨੇ, ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਜੇਕਰ ਆਪਣੇ ਘਰ ਬਚਾਉਣੇ ਨੇ, ਆਪਣੇ ਧਰਮ ਬਚਾਉਣੇ ਨੇ, ਤਾਂ ਫਿਰ ਆਪਣੇ ਘਰਾਂ ਦੇ ਵਿੱਚ ਤੁਸੀਂ ਤੀਰ ਕਮਾਨ ਜ਼ਰੂਰ ਰੱਖੋ। ਭਾਜਪਾ ਦੇ ਸੰਸਦ ਮੈਂਬਰ ਨੇ ਸਾਕਸ਼ੀ ਮਹਾਰਾਜ, ਉਹ ਹੁਣ ਨਵਾਂ ਫਾਰਮੂਲਾ ਲੈ ਕੇ ਆਏ ਨੇ। ਭੰਗੂ ਸਾਹਿਬ, ਦੇਖੋ ਗੱਲ ਇਹ ਹੈ ਵੀ ਇਹ ਚੀਜ਼ਾਂ ਟੈਸਟਡ ਨੇ, ਕੋਈ ਨਵੀਂ ਗੱਲ ਨਹੀਂ। ਹਜ਼ਾਰਾਂ ਸਾਲਾਂ ਤੋਂ ਆਪਾਂ ਜੇ ਮਨੁੱਖੀ ਹਿਸਟਰੀ ਨੂੰ ਦੇਖੋ, ਮਨੁੱਖਤਾ ਦੀ, ਤਾਂ ਸਮਝ ਆ ਜਾਂਦੀਆਂ ਨੇ। ਸਾਡੇ ਨੇੜੇ ਦੀ ਬਹੁਤ ਦੂਰ ਦੀ ਗੱਲ ਨਹੀਂ, ਮਤਲਬ 47 ਨੂੰ ਬਹੁਤ ਸਮਾਂ ਨਹੀਂ ਹੋਇਆ। 47 ਦੇ ਵਿੱਚ ਸਾਡੇ ਲੋਕਾਂ ਨੇ, ਇਸ ਖਿੱਤੇ ਦੇ ਲੋਕਾਂ ਨੇ ਫੈਸਲਾ ਕੀਤਾ, ਗਲਤ ਠੀਕ ਚਲੋ ਉਹਦੇ 'ਤੇ ਤਾਂ ਬਹੁਤ ਸਾਰੀ ਚਰਚਾ ਹੋ ਸਕਦੀ ਹੈ। 2 ਕੌਮਾਂ ਦੀ ਥਿਊਰੀ ਬਣਾ ਲਈ, ਤੀਜੀ ਕੌਮ ਸਿੱਖਾਂ ਦੀ ਵਿਚਾਲੇ ਲਟਕੀ ਹੋਈ ਹੈ ਕਿ ਅਸੀਂ ਧਰਮ ਦੇ ਆਧਾਰ 'ਤੇ ਦੇਸ਼ ਬਣਾਉਣਾ ਹੈ। ਮੁਸਲਮਾਨਾਂ ਨੇ ਕਿਹਾ ਜੀ, ਪਾਕਿਸਤਾਨ ਬਣ ਗਿਆ। ਪਾਕਿਸਤਾਨ ਦੇ ਵਿੱਚ ਲਗਭਗ 98-99% ਮੁਸਲਮਾਨ ਨੇ। ਸਾਡੇ ਸਾਹਮਣੇ ਹੈ ਇੱਕ ਧਰਮ ਦੇ ਉੱਪਰ ਬਣਿਆ ਹੋਇਆ ਦੇਸ਼ ਹੈ। ਕੀ ਉਹ ਖੁਸ਼ ਨੇ ਸਾਰੇ ਮੁਸਲਮਾਨ? ਦੂਰ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਬੰਗਲਾਦੇਸ਼ ਦੇ ਵੀ ਲੋਕ ਮੁਸਲਮਾਨ ਹੀ ਸੀ। ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਉੱਥੇ ਅਲੱਗਾ ਹੋਣਾ ਪਿਆ। ਬਿਲਕੁਲ ਲੜਾਈ ਪੜਾਈ ਹੋਈ, ਜੋ ਗੰਦ ਪਿਆ ਆਪਣੇ ਸਾਹਮਣੇ ਹੈ। ਸਾਡਾ ਮੁਲਕ ਹੈ ਜਿਹੜਾ, ਉਸ ਸਮੇਂ ਸਾਡੀ ਲੀਡਰਸ਼ਿਪ ਸੀ ਜਿਹੜੀ, ਉਹਨੇ ਫੈਸਲਾ ਕੀਤਾ ਕਿ ਅਸੀਂ ਜਿਹੜਾ ਰਸਤਾ ਫੜਾਂਗੇ ਉਹ ਡੈਮੋਕ੍ਰੇਸੀ ਦਾ ਹੋਊਗਾ ਜੀ, ਉਹ ਫੈਡਰਲਿਜ਼ਮ ਦਾ ਰਸਤਾ ਹੋਊਗਾ। ਉਹਦੇ 'ਚ ਅਸੀਂ ਜਿਹੜੀ ਸਾਡੀ ਮਤਲਬ ਵੰਨ ਸੁਵੰਨਤਾ ਹੈ ਜਿਹੜੀ ਭਾਸ਼ਾ ਦੇ ਆਧਾਰ 'ਤੇ, ਕਲਚਰ ਦੇ ਆਧਾਰ 'ਤੇ, ਉਹਨੂੰ ਅਸੀਂ ਰੱਖਾਂਗੇ। ਅੰਤਰਰਾਸ਼ਟਰੀ ਪੱਧਰ 'ਤੇ ਇਸ ਮੁਲਕ ਦੀ ਪਛਾਣ ਇਹ ਸੀ ਕਿ ਅਸੀਂ ਨੌਨ ਅਲਾਈਨ ਮੂਵਮੈਂਟ ਦੇ ਲੀਡਰ ਸੀ। ਜੀ ਹੌਲੀ ਹੌਲੀ ਕੀ ਹੋਇਆ ਕਿ ਪਾਕਿਸਤਾਨ ਦੇ ਵਿੱਚ ਵੀ ਜਦੋਂ ਜ਼ਿਆ ਉਲ ਹੱਕ ਆਇਆ ਤਾਂ ਉਹਨੇ ਮਤਲਬ ਉੱਥੇ ਦੇ ਬਹੁਤ ਧਾਰਮਿਕ ਕੱਟੜਤਾ ਲੈ ਆਂਦੀ। ਇਹ ਤਾਲੀਬਾਨ ਲਹਿਰ ਉਹਦੇ 'ਚੋਂ ਨਿਕਲੀ ਹੈ। ਅਸੀਂ ਹੁਣ ਉਹਨੂੰ ਫੋਲੋ ਕਰ ਰਹੇ ਹਾਂ ਪਾਕਿਸਤਾਨ ਨੂੰ। ਸਾਡੇ ਜਿਹੜੇ ਇੱਦਾਂ ਦੇ ਲੀਡਰ ਨੇ, ਜਿਹੜੇ ਹਿੰਦੂ ਰਾਸ਼ਟਰ ਕਹਿ ਲਓ, ਕੋਈ ਨਾਂ ਦੇ ਲਓ ਜੀ, ਕਿ ਜੀ ਇੱਕ ਫਿਰਕੇ ਦਾ ਹੀ ਰਾਜ ਹੋਊਗਾ, ਇੱਕੋ ਫਿਰਕੇ ਦਾ ਇਹ ਦੇਸ਼ ਹੈ। ਔਰ ਉਹ ਫਿਰਕਾ ਵੀ ਬੜਾ ਸੀਮਤ ਜਿਹਾ ਫਿਰਕਾ ਹੈ। ਮਤਲਬ ਹਿੰਦੂ ਜਦੋਂ ਅਸੀਂ ਡਿਫਾਈਨ ਕਰਨ ਲੱਗਦੇ ਹਾਂ, ਸਾਊਥ ਇੰਡੀਆ ਦਾ, ਤਾਮਿਲ ਦਾ ਜਿਹੜਾ ਹਿੰਦੂ ਹੈ, ਜਿਹੜਾ ਪੰਜਾਬ ਦਾ ਹਿੰਦੂ ਹੈ, ਜਿਹੜਾ ਕਸ਼ਮੀਰ ਦਾ ਹਿੰਦੂ ਹੈ, ਜਿਹੜਾ ਯੂਪੀ ਦਾ ਹਿੰਦੂ ਹੈ, ਉਹਨਾਂ 'ਚ ਬੜੇ ਫਰਕ ਨੇ। ਜੇ ਤੁਸੀਂ ਦੇਖੋਗੇ ਨਾ, ਮਤਲਬ ਜਾ ਕੇ ਬਰੀਕੀ ਦੇ ਵਿੱਚ ਅਸੀਂ ਦੇਖਾਂਗੇ। ਮੈਂ ਹਿੰਦੂਇਜ਼ਮ 'ਤੇ ਮੇਰੀ ਰਿਸਰਚ, ਮੈਂ PhD ਜਦੋਂ ਕਰਦਾ ਸੀ, ਮੈਂ ਹਿੰਦੂਇਜ਼ਮ ਪੜ੍ਹਿਆ ਡਿਟੇਲ ਦੇ ਵਿੱਚ। ਹਿੰਦੂਇਜ਼ਮ ਨੂੰ ਡਿਫਾਈਨ ਅੱਜ ਤੱਕ ਨਹੀਂ ਕੀਤਾ ਜਾ ਸਕਿਆ। ਉਹਦਾ ਕਾਰਨ ਕੀ ਹੈ ਕਿ ਜਿਹੜਾ ਬੰਦਾ ਪਿਆਜ਼ ਵੀ ਨਹੀਂ ਖਾਂਦਾ, ਲਸਣ ਵੀ ਨਹੀਂ ਖਾਂਦਾ, ਵੈਸ਼ਨਵ ਹੈ, ਸਭ ਤੋਂ ਪਵਿੱਤਰ ਜਿਹੜਾ ਬ੍ਰਾਹਮਣ ਹੈ ਉਹ ਵੀ ਹਿੰਦੂ ਹੈ। ਜਿਹੜਾ ਚੀਜ਼ ਨੂੰ ਟੱਚ ਕਰਨ ਨਾਲ ਵੀ ਪਿੱਟ ਹੋ ਜਾਂਦਾ ਹੈ।
ਜਿਹੜਾ ਬਲਦੇ ਸਿਵੇ ਦੇ ਵਿੱਚੋਂ ਮਨੁੱਖ ਦੀ ਮਾਸ ਕੱਢ ਕੇ ਖਾ ਲੈਂਦਾ ਹੈ ਅਘੋਰੀ, ਉਹ ਵੀ ਹਿੰਦੂ ਹੈ। ਤੁਸੀਂ ਕਿਹਨੂੰ ਹਿੰਦੂ ਕਹੋਗੇ? ਬਿਲਕੁਲ। ਗੋਡਸੇ ਵੀ ਹਿੰਦੂ ਸੀ, ਗਾਂਧੀ ਵੀ ਹਿੰਦੂ ਸੀ, ਯੁਧਿਸ਼ਟਰ ਵੀ ਹਿੰਦੂ ਸੀ, ਦੁਰਯੋਧਨ ਵੀ ਹਿੰਦੂ ਸੀ, ਰਾਵਣ ਵੀ ਹਿੰਦੂ ਸੀ, ਰਾਮ ਵੀ ਹਿੰਦੂ ਸੀ। ਤੁਸੀਂ ਕਿਹੜੇ ਹਿੰਦੂਇਜ਼ਮ ਦੀ ਗੱਲ ਕਰੋਗੇ? ਮਤਲਬ ਇੱਕ ਤਾਂ ਇਹਨਾਂ ਨੂੰ ਹਿੰਦੂਇਜ਼ਮ ਬਾਰੇ ਕੁਝ ਪਤਾ ਨਹੀਂ। ਇਹ ਜਿਹੜੇ ਮਹਾਰਾਜ ਜਾਂ ਅੱਗੇ ਪਿੱਛੇ ਮੂਹਰੇ ਲਾਈ ਫਿਰਦੇ ਨੇ ਨਾ, ਬੇਸਿਕਲੀ ਗੁੰਡੇ ਨੇ ਜੀ। ਇਹਨਾਂ ਗੁੰਡਿਆਂ ਨੇ ਪਰ ਚਾਂਸ ਸ਼ਰੀਫ ਲੋਕ ਪਿੱਛੇ ਹਟ ਗਏ। ਹਿੰਦੂ ਕਮਿਊਨਿਟੀ ਭਲੇ ਮਾਨਸਾਂ ਦੀ ਕਮਿਊਨਿਟੀ ਹੈ, ਉਹਨਾਂ ਦੀ ਮਿਡਲ ਕਲਾਸ ਪਿੱਛੇ ਹਟ ਗਈ। ਇਹ ਬਦਮਾਸ਼ ਮੂਹਰੇ ਆ ਗਏ। ਇਹ ਮਤਲਬ ਉਹਨਾਂ ਦਾ ਜੋ ਜੀ ਕਰਦਾ ਕਰੀ ਜਾ ਰਹੇ ਨੇ। ਪਰ ਇਹਦਾ ਨੁਕਸਾਨ ਹੋ ਚੁੱਕਿਆ ਪਹਿਲਾਂ ਹੀ ਜੀ। ਦੇਸ਼ ਦੇ ਵਿੱਚੋਂ ਜਿਹੜਾ ਡਾਇਲਾਗ ਦੀ ਜਿਹੜੀ ਸੰਵਾਦ ਦੀ ਜਿਹੜੀ ਪ੍ਰਕਿਰਿਆ ਸੀ, ਜਾਂ ਉਹਦਾ ਜਿਹੜਾ ਇੱਕ ਸਾਡੀ ਰਵਾਇਤ ਸੀ, ਸ਼ਾਸਤਰਾਰਥ ਕਰਦੇ ਸੀ ਸਾਰੇ ਦੇ ਸਾਰੇ ਆ ਕੇ, ਇਹ ਆਦਿ ਕਾਲ ਤੋਂ ਚਲੀ ਆ ਰਹੀ ਹੈ। ਗੁਰੂ ਨਾਨਕ ਨੇ ਤਾਂ ਇਹਨੂੰ ਬਹੁਤ ਸਿਰੇ ਤੱਕ ਚੱਕਿਆ। ਉਹ ਤਾਂ ਮੱਕੇ ਵੀ ਗਏ ਸੰਵਾਦ ਕਰਨ, ਸਿੱਧਾਂ ਕੋਲ ਵੀ ਗਏ ਉਹ ਸੰਵਾਦ ਕਰਨ। ਸਿੱਧ ਗੋਸ਼ਟ ਸਾਡੇ ਸਾਹਮਣੇ ਮਿਸਾਲ ਹੈ। ਸੋ ਸਾਡੇ ਸੱਭਿਆਚਾਰ ਦੇ ਵਿੱਚੋਂ, ਸਾਡੀ ਜਿਹੜੀ ਸਭਿਅਤਾ ਹੈ ਉਹਦੇ ਵਿੱਚੋਂ ਸੰਵਾਦ ਗਾਇਬ ਹੋ ਗਿਆ। ਸਿਰਫ ਮੋਨੋਲੋਗ ਰਹਿ ਗਿਆ ਕਿ ਮੈਂ ਬੋਲੂੰਗਾ, ਮੇਰੀ ਉਹ ਸੁਣੀ ਜਾਵੇ। ਤੇ ਇਹ ਟੈਂਪਰੇਰੀ ਦੌਰ ਹੁੰਦਾ, ਚੱਲ ਰਿਹਾ ਹੈ, ਚੱਲ ਰਿਹਾ ਜੀ। ਪਰ ਹਾਸਾ ਆਉਂਦਾ ਕਈ ਵਾਰੀ ਸੋਚ ਕੇ ਕਿ ਜਿਹੜੇ ਤਾਂ ਜਿਨ੍ਹਾਂ ਨੂੰ ਜਿਹਾਦੀ ਕਹਿ ਰਹੇ ਨੇ, ਉਹ ਤਾਂ ਰਾਕਟ ਲਾਂਚਰ ਮੋਢਿਆਂ ਤੇ ਚੱਕੀ ਫਿਰਦੇ ਨੇ ਅਫਗਾਨਿਸਤਾਨ 'ਚ। ਉਹਨਾਂ ਨੂੰ ਤੀਰ ਕਮਾਨ ਦੇ ਨਾਲ ਰੋਕਣਗੇ? ਮਤਲਬ ਇਹਦੇ ਤੇ ਵੀ ਹਾਸਾ ਆਉਂਦਾ ਵੀ ਕੋਈ ਬੁੱਧੀ ਥੋੜੀ ਬਹੁਤ ਤਾਂ ਹੋਵੇ। ਬੰਦਾ ਘੱਟੋ ਘੱਟ ਇੰਨਾ ਤਾਂ ਸੋਚ ਲਵੇ ਵੀ ਚਲੋ ਜੇ ਲੜਨਾ ਹੀ ਹੈ, ਮੰਨ ਲਿਆ ਤੁਸੀਂ ਵੀ ਜਿਹਾਦੀ ਉਹ ਬਣਨ ਦਾ ਫੈਸਲਾ ਕਰ ਲਿਆ, ਤਾਂ ਜਿਹਾਦੀ ਤਾਂ ਕਮ ਸੇ ਕਮ ਤੁਸੀਂ ਕਿਸੇ ਲੈਵਲ ਦੇ ਬਣ ਜਾਓ। ਸੋ ਇਹ ਬਿਲਕੁਲ ਐਵੇਂ ਨਟੰਕੀ ਹੈ। ਉੱਥੇ ਉਹਨੇ ਕਿ ਜਿਹੜੇ ਆਲੇ ਦੁਆਲੇ ਭੀੜ ਇਕੱਠੀ ਹੁੰਦੀ ਹੈ ਛੋਟੀ ਮੋਟੀ, ਉਹਨੂੰ ਨਟੰਕੀ ਕਰਕੇ ਵੋਟਾਂ ਲੈ ਲੈਂਦੇ ਨੇ। ਜੇ ਕਿਤੇ ਕੋਈ ਰੀਅਲ ਯੁੱਧ ਚੱਲਿਆ ਨਾ ਕਿਤੇ, ਉਹ ਕਿਸੇ ਕਮਿਊਨਿਟੀ ਨਾਲ ਵੀ ਚੱਲ ਜਾਵੇ, ਇਹਨਾਂ ਨੇ ਤਾਂ ਲੱਭਣਾ ਵੀ ਨਹੀਂ ਕਿਤੇ। ਇਹ ਜਿਹੜੇ ਲੋਕ ਨੇ, ਇਹਨਾਂ ਨੇ ਲੋਕਾਂ ਦੇ ਪੁੱਤ ਮਰਾਉਣੇ ਹੁੰਦੇ ਨੇ। ਆਪਾਂ ਪਹਿਲਾਂ ਦੇਖਿਆ ਖਾਲਿਸਤਾਨ ਦੀ ਲਹਿਰ ਦੇ ਦੌਰਾਨ, ਅਸੀਂ ਦੇਖਿਆ ਪਾਕਿਸਤਾਨ ਦੇ ਵਿੱਚ, ਮੈਂ ਉੱਥੇ ਮੈਨੂੰ ਦੱਸਿਆ ਕਿਸੇ ਨੇ 12,000 ਰੁਪਏ ਨੂੰ ਹਿਊਮਨ ਬੰਬ ਮਿਲ ਜਾਂਦਾ ਹੈ ਕਿ ਤੁਸੀਂ ਉਹਦੇ ਪੇਟੀ ਬੰਨ੍ਹ ਦਿਓ ਪੱਟ ਨਾਲ, ਲੱਕ ਨਾਲ, ਤੇ ਬਟਨ ਦੱਬ ਦਿਓ, ਉਹ ਮਰ ਜਾਊਗਾ। ਮਤਲਬ ਉਹਨੂੰ 12,000 ਦੇ ਦਿਓ। ਜਿਵੇਂ ਸਾਡੇ ਉਹ ਆਏ ਸੀ ਬੰਬੇ ਦੇ ਵਿੱਚ ਅਟੈਕ ਕਰਨ, ਉਹ ਇਦਾਂ ਦਾ ਹੀ ਸੀ ਉਹ। ਹਿਊਮਨ ਲਾਈਫ ਦੀ ਇਹ ਤੋਂ ਵੱਧ ਡੀਗ੍ਰੇਡੇਸ਼ਨ ਕੀ ਹੋ ਸਕਦੀ ਹੈ ਕਿ ਇੱਕ ਮਨੁੱਖ ਦੀ ਹਾਲਤ ਇਹ ਹੋ ਗਈ ਹੈ ਕਿ ਉਹ ਆਪਣੇ ਆਪ ਨੂੰ ਮਾਰਨ ਦੇ ਲਈ ਇੰਨੇ ਕੁ ਪੈਸਿਆਂ ਲਈ ਤਿਆਰ ਹੈ। ਇਹ ਦਸ਼ਾ ਹੋਈ ਹੈ। ਇਹ ਦਸ਼ਾ ਇਸ ਕਰਕੇ ਹੋਈ ਹੈ, ਇਹ ਜਿਹੜਾ ਕੱਟੜਵਾਦ ਹੈ, ਜਿਹੜੀ ਬੇਵਕੂਫੀ ਹੈ, ਜਿਹੜੇ ਬੇਅਕਲਾਂ ਨੂੰ ਅਸੀਂ ਮੂਹਰੇ ਲੀਡਰ ਬਣਾ ਕੇ ਲਾਇਆ ਹੋਇਆ, ਉਹਦੀ ਹੈ। ਇਹ ਪਹਿਲਾਂ ਮੁਸਲਮਾਨ ਭੁਗਤ ਚੁੱਕੇ ਨੇ, ਅਜੇ ਵੀ ਭੁਗਤ ਰਹੇ ਨੇ ਬਹੁਤ ਸਾਰੇ ਮੁਲਕਾਂ 'ਚ। ਸਿੱਖ ਭੁਗਤ ਚੁੱਕੇ ਨੇ, ਹਿੰਦੂਆਂ ਦੀ ਵਾਰੀ ਹੈ। ਇਹ ਇਹਨਾਂ ਦੇ ਮੁੰਡਿਆਂ ਨੂੰ ਮੂਹਰੇ ਲੜੂ ਕੇ ਆਪਸ ਦੇ ਵਿੱਚ, ਫਿਰ ਹੌਲੀ ਹੌਲੀ ਉਹ ਗੈਂਗਿਜ਼ਮ ਤੇ ਨਸ਼ਿਆਂ 'ਚ, ਜਿਵੇਂ ਪੰਜਾਬ 'ਚ ਆਪਣੇ ਸਾਹਮਣੇ ਐਕਸਪੈਰੀਮੈਂਟ ਹੋ ਰਿਹਾ, ਇਹੀ ਐਕਸਪੈਰੀਮੈਂਟ ਇੰਡੀਆ ਲੈਵਲ ਤੇ ਹੋਣਾ। ਸੋ ਇਹ ਯੂਥ ਹੈ ਜਿਹੜਾ, ਜਾਂ ਜਿਹੜੇ ਸਿਆਣੇ ਲੋਕ ਨੇ, ਉਹਨਾਂ ਨੂੰ ਉੱਠਣਾ ਚਾਹੀਦਾ, ਉਹਨੂੰ ਸਮਝਣੀ ਚਾਹੀਦੀ ਹੈ ਇਹ ਗੱਲ। ਮਤਲਬ ਇਹ ਤੋਂ ਬਿਨਾਂ, ਆਪ ਜਾਗੇ ਬਿਨਾਂ ਮਾੜਾ ਸੁਪਨਾ ਨਹੀਂ ਟੁੱਟਦਾ ਹੁੰਦਾ। ਜਿਵੇਂ ਫਿਰ ਇਹਨੇ ਬਿਆਨ ਦਿੰਦੇ ਨੇ ਕਿ 4-4 ਬੱਚੇ ਪੈਦਾ ਕਰੋ, 8-8 ਬੱਚੇ ਪੈਦਾ ਕਰੋ, ਦੇਸ਼ ਨੂੰ ਲੋੜ ਹੈ, 2 ਅਸੀਂ ਦੇਸ਼ ਦੇ ਲਈ ਖਿਲਾਵਾਂਗੇ, 2 ਅਸੀਂ ਪਰਿਵਾਰ ਲਈ ਰੱਖਾਂਗੇ। ਇਹਨਾਂ ਬਿਆਨਾਂ ਦੇ ਮਾਇਨੇ ਕੀ ਨੇ? ਪਹਿਲੀ ਗੱਲ ਤਾਂ ਉਹ ਲੋਕ ਬਿਆਨ ਦਿੰਦੇ ਨੇ ਜਿਹਦੇ 'ਚ ਤਾਂ ਵਿਆਹ ਨਹੀਂ ਹੋਏ, ਕੋਈ ਸਾਧਵੀਆਂ ਜਿਹੀਆਂ ਕੀ ਤੁਰੀਆਂ ਫਿਰਦੀਆਂ ਨੇ, ਜਾਂ ਜਿਨ੍ਹਾਂ ਦੇ ਖੁਦ ਘਰ ਬਸੇ ਨਹੀਂ ਹਨ, ਘਰ ਵਾਲੀਆਂ ਛੱਡ ਕੇ ਚਲੀਆਂ ਗਈਆਂ ਨੇ, ਜਾਂ ਜਵਾਕ ਕਰ ਨਹੀਂ ਸਕੇ ਖੁਦ। ਸਾਡੇ 130 ਕਰੋੜ ਲੋਕ ਨੇ, ਕਿੰਨੇ ਕੁ ਹੋਰ ਚਾਹੀਦੇ ਨੇ? ਬਿਲਕੁਲ। ਸਾਡੀ ਆਬਾਦੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਸੰਭਾਲੀ ਨਹੀਂ ਜਾ ਰਹੀ। ਬਿਲਕੁਲ। ਤੇ ਇਹਨਾਂ ਦਾ ਹੀ ਕਰ ਲਓ ਜੋ ਕਰਨਾ। ਔਰ ਜਿਹੜੇ ਜੰਮਣਗੇ, ਕੀ ਗਰੰਟੀ ਹੈ ਵੀ ਕੱਲ ਨੂੰ ਉਹ ਤੁਹਾਡੀ ਹੀ ਮੰਨਣਗੇ? ਤੁਹਾਡੇ ਆਪਣੇ ਬੱਚੇ ਤਾਂ ਥੋੜੀ ਮੰਨ ਨਹੀਂ ਰਹੇ ਗੱਲ। ਜਿਹੜੇ ਉਹ ਤੁਸੀਂ 4 ਪੈਦਾ ਕਰੋਗੇ ਵੀ 2 ਅਸੀਂ ਧਰਮ ਦੇ ਲੇਖੇ ਫਲਾਣੇ ਲਾਵਾਂਗੇ, ਮਤਲਬ ਤੁਸੀਂ ਪੈਦਾ ਕੀ ਕਰਨਾ? ਉਹ ਬੇਅਕਲ ਪੈਦਾ ਹੋਣਗੇ, ਉਹਨਾਂ ਦੇ ਦਿਮਾਗ ਨਹੀਂ ਲੱਗਿਆ ਹੋਊਗਾ। ਉਹ ਜੰਮ ਕੇ ਪੁੱਛਣਗੇ ਵੀ ਇਸ ਕੰਮ ਨੂੰ ਪੈਦਾ ਕਰਿਆ ਸਾਨੂੰ ਤੁਸੀਂ। ਬਿਲਕੁਲ। ਤੁਸੀਂ ਆਪਣੇ ਮਾਂ ਪਿਓ ਨੂੰ ਪੁੱਛਦੇ ਹੋ ਜਿਹੜੇ ਗੱਲਾਂ ਕਰ ਰਹੇ ਨੇ, ਇਹਨੂੰ ਪੁੱਛੋ ਵੀ ਆਪਣੇ ਮਾਂ ਪਿਓ ਦੀ ਸੇਵਾ ਕਰ ਰਹੇ ਨੇ ਇਹ? ਸੋ ਇਹ ਐਵੇਂ ਬੇਵਕੂਫੀ ਵਾਲੀਆਂ ਗੱਲਾਂ ਨੇ। ਮੀਡੀਆ ਨੂੰ ਇਹੋ ਜਿਹੀ ਗੱਲ ਚੱਕਣੀ ਨਹੀਂ ਚਾਹੀਦੀ ਹੁੰਦੀ ਵੈਸੇ ਤਾਂ, ਪਰ ਕਿਉਂਕਿ ਹੁਣ ਮੀਡੀਆ ਵੀ ਇਹੋ ਜਿਹਿਆਂ ਦੇ ਹੱਥ 'ਚ ਆ ਗਿਆ, ਢੋਲ ਢਮੱਕਾ ਉਹੀ ਕਰਦੇ ਨੇ ਸਾਰੇ। ਸੋ ਇਹ ਕੋਈ ਨਹੀਂ, ਇਹ ਵਕਤੀ ਦੌਰ ਹੁੰਦਾ ਹਮੇਸ਼ਾ, ਬਹੁਤ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਮੂਰਖਤਾ ਹੈ ਜਿਹੜੀ ਬਹੁਤ ਲੰਬਾ ਸਮਾਂ ਨਹੀਂ ਰਹਿ ਸਕਦੀ ਹੁੰਦੀ ਜੀ। ਔਰ ਮੈਨੂੰ ਤਾਂ ਪੂਰਾ ਵਿਸ਼ਵਾਸ ਹੈ ਵੀ ਹਿੰਦੁਸਤਾਨ ਦੀ ਜਿਹੜੀ ਪਰੰਪਰਾ ਹੈ, ਜਿਹੜੀ ਸਭਿਅਤਾ ਹੈ, ਔਰ ਹਿੰਦੂ ਕਮਿਊਨਿਟੀ ਦਾ ਜਿਹੜਾ ਮਤਲਬ ਪੁਰਾਣਾ ਇੱਕ ਵਿਰਸਾ ਹੈ, ਇਹ ਉਹਦੇ 'ਚ ਐਵੇਂ ਇੱਕ ਟੈਂਪਰੇਰੀ ਜਿਵੇਂ ਮੀਜ਼ਲ ਨਹੀਂ ਨਿਕਲੇ ਆਉਂਦੇ ਕਈ ਵਾਰੀ, ਉਹ ਨਿਕਲ ਨਹੀਂ ਆਉਂਦੇ ਨੇ ਉਹ।
ਨਿਕਲ ਕੇ ਚੜ ਜਾਂਦੇ ਨੇ, ਬਸ ਇੰਨੀ ਕੀ ਗੱਲ ਹੈ, ਹੋਰ ਕੋਈ ਲੰਬੀ ਚੌੜੀ ਗੱਲ ਨਹੀਂ। ਪਰ ਨੁਕਸਾਨ ਇਹਨਾਂ ਨੇ ਕਰਤਾ। ਲੋਕਾਂ ਦਾ ਨੁਕਸਾਨ ਜ਼ਰੂਰ ਇਹਨਾਂ ਘਟਨਾਵਾਂ ਦੌਰਾਨ ਹੋ ਜਾਂਦਾ। ਸ਼ਰੀਫ ਬੰਦੇ ਦਾ ਨੁਕਸਾਨ ਹੋਣਾ, ਜਿਹੜਾ ਬਦਮਾਸ਼ ਹੈ, ਜਿਹੜਾ ਇਹ ਕੰਮ ਕਰ ਰਿਹਾ, ਚਾਲੂ ਹੈ, ਜਿਹੜਾ ਦੂਜੇ ਪਾਸੇ, ਉਹਦਾ ਨਹੀਂ ਹੋਣਾ ਇੰਨਾ। ਪਰ ਆਮ ਬੰਦੇ ਭੁਗਤ ਵੀ ਰਹੇ ਨੇ ਸਾਡੇ ਸਾਹਮਣੇ। ਬਿਲਕੁਲ ਜੀ। ਭੱਟੀ ਸਾਹਿਬ, ਅਗਲੀ ਖਬਰ ਵੱਲ ਆਪਾਂ ਵਧਦੇ ਹਾਂ। ਅਹਿਮ ਵਿਸ਼ਾ ਉਹ ਅਨਾਜ ਦਾ ਵਿਸ਼ਾ, ਲੋਕਾਂ ਦੇ ਢਿੱਡ ਪੇਟ ਨਾਲ, ਲੋਕਾਂ ਦੇ ਚੁੱਲ੍ਹੇ ਦੇ ਅੱਗੇ ਨਾਲ ਜੁੜਿਆ ਹੋਇਆ ਵਿਸ਼ਾ। ਹੁਣ 3 ਖੇਤੀ ਕਾਨੂੰਨਾਂ ਦੀ ਲੜਾਈ ਲੜੀ ਸੀ ਕਿ ਕਾਰਪੋਰੇਟ ਦਖਲ ਹੋ ਜਾਊਗਾ, ਉਹ ਅਨਾਜ ਭੰਡਾਰਨ ਕਰ ਲੈਣਗੇ ਤੇ ਬਾਅਦ ਦੇ ਵਿੱਚ ਦਿੱਕਤ ਆਊਗੀ ਜਿਵੇਂ ਹੋਰ ਵਸਤਾਂ ਦੀ ਆਉਂਦੀ ਹੈ। ਹੁਣ ਮਹਾਰਾਸ਼ਟਰ ਦੇ ਵਿੱਚ ਜੋ ਵਪਾਰੀ ਵਰਗ ਹੈ ਉਹ MSP ਤੋਂ ਵੱਧ ਕੇ ਫਸਲ ਖਰੀਦ ਰਿਹਾ। ਦੂਜੇ ਪਾਸੇ ਜੋ ਸਰਕਾਰ ਦੇ ਸਪੋਕਸਪਰਸਨ ਨੇ ਉਹ ਗੱਲ ਕਹਿੰਦੇ ਨੇ ਕਿ ਕਿਸਾਨਾਂ ਨੇ 3 ਖੇਤੀ ਕਾਨੂੰਨ ਵਾਪਸ ਕਰਵਾਏ, ਇਸੇ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ। ਅਸੀਂ ਤਾਂ ਕਹਿੰਦੇ ਸੀ ਕਿ ਆਹ ਦੇਖੋ, ਇਹਨਾਂ ਕਾਨੂੰਨਾਂ ਦੇ ਨਾਲ ਵਪਾਰੀ ਵਰਗ ਜੇਕਰ ਪ੍ਰਾਈਵੇਟ ਪਲੇਅਰ ਬਣ ਕੇ ਆਊਗਾ, ਫਸਲ ਖਰੀਦੂਗਾ ਤਾਂ ਕਿਸਾਨਾਂ ਦਾ ਹੀ ਭਲਾ ਹੋਊਗਾ, ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਹੋ ਰਿਹਾ। ਆਖਰ ਇਹਨੂੰ ਫਿਰ ਆਪਾਂ ਕਿਵੇਂ ਸਮਝੀਏ? ਕਿੰਨੀ ਕੁ ਦੇਰ ਖੇਡ ਚੱਲੂਗੀ ਵੱਧ ਭਾਅ ਤਾਂ MSP ਤੋਂ? ਗੁਰੂ ਸਾਹਿਬ, ਇਹਦੇ 2 ਹਿੱਸੇ ਨੇ। ਦੇਖੋ ਜੀ, ਕਿਸਾਨਾਂ ਦਾ ਜੋ ਮਸਲਾ ਸੀਗਾ ਉਹ ਇਹ ਸੀ ਕਿ ਸਾਨੂੰ ਮਾਰਕੀਟ ਪਲੇਅਰ ਦੇ ਤਰਸ ਤੇ ਨਾ ਛੱਡੋ। ਪਹਿਲਾਂ ਵੀ ਹੁਣ ਵੀ ਨਿੰਬੂ ਹੈ ਜਿਹੜਾ 280 ਰੁਪਏ ਕਿਲੋ ਵਿਕ ਰਿਹਾ ਹੈ। ਇਹਦਾ ਮਤਲਬ ਇਹ ਨਹੀਂ ਵੀ ਨਿੰਬੂ ਇਹ ਕਿਸਾਨਾਂ ਨੂੰ ਜਿਹੜੇ ਬੀਜਦੇ ਨੇ ਉਹਨਾਂ ਨੂੰ ਜਾ ਰਿਹਾ ਹੈ। ਇਹ ਸਮਝਣ ਵਾਲੀ ਗੱਲ ਹੈ ਕਿ 90% ਇਨ ਜਨਰਲ ਜਿਹੜਾ ਪ੍ਰਾਇਮਰੀ ਪ੍ਰੋਡਿਊਸਰ ਹੈ, ਜਿਹੜਾ ਪਹਿਲੀ ਚੀਜ਼ ਪੈਦਾ ਕਰ ਰਿਹਾ, ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ, ਉਹਦਾ ਤਾਂ 10% ਕਾਸਟ ਲੱਗਦੀ ਹੈ। ਜੇ ਓਨਾ ਹੀ ਤੁਸੀਂ ਉਹਨੂੰ ਸਿੱਧਾ ਕੰਜ਼ਿਊਮਰ ਤੱਕ ਲੈ ਜਾਓ ਤਾਂ 15-20% ਹੀ ਰੇਟ ਹੁੰਦਾ ਹੈ। 90% ਤਾਂ ਡਿਸਟਰੀਬਿਊਸ਼ਨ ਹੈ, ਜਿਹੜੀ ਵਿਚਾਲੇ ਸਟੋਰੇਜ ਹੈ, ਡਿਸਟਰੀਬਿਊਸ਼ਨ ਹੈ, ਕਲੈਕਸ਼ਨ ਹੈ, ਉਹਦੇ 'ਤੇ ਖਰਚਾ ਹੁੰਦਾ ਹੈ। ਔਰ ਉਹ ਜਿਹੜੀ ਸੰਸਾਰ ਦੇ ਵਿੱਚ ਮਾਰਕੀਟ ਹੈ, ਗਲੋਬਲਾਈਜੇਸ਼ਨ ਕਿਸ ਚੀਜ਼ ਦੀ ਗਲੋਬਲਾਈਜੇਸ਼ਨ ਸੀ? ਵਪਾਰ ਦੀ ਗਲੋਬਲਾਈਜੇਸ਼ਨ ਸੀ। ਉਹ ਇਹ ਵਪਾਰੀ ਰਾਜ ਹੈ ਜਿਹੜਾ, ਇਹ ਕਿਸਾਨ ਨੂੰ ਕਦੇ ਵੀ ਖੁਸ਼ਹਾਲ ਨਹੀਂ ਹੋਣ ਦੇ ਸਕਦਾ। ਇਹ ਅੰਗਰੇਜ਼ਾਂ ਦੇ ਟਾਈਮ ਤੋਂ ਚੱਲ ਰਿਹਾ ਹੈ। ਅੰਗਰੇਜ਼ ਵੀ ਇਸੇ ਕੰਮ ਲਈ ਆਏ ਸੀ, ਵਪਾਰੀ ਸੀਗੇ ਉਹ। ਸਾਡੇ ਸਾਹਮਣੇ ਹੋਇਆ ਸਾਰਾ ਕੁਝ। ਚਾਹ ਫ੍ਰੀ ਪਿਲਾਉਂਦੇ ਹੁੰਦੇ ਸੀ। ਪੁਰਾਣੇ ਬਜ਼ੁਰਗ ਦੱਸਦੇ ਨੇ ਵੀ ਦਰਵਾਜ਼ਿਆਂ ਦੇ ਵਿੱਚ ਚਾਹ ਮੁਫਤ ਪਿਲਾਈ ਜਾਂਦੀ ਹੁੰਦੀ ਸੀ। ਔਰ ਹੁਣ ਚਾਹ ਦਾ ਕੀ ਰੇਟ ਹੈ ਜੀ? ਸੋ ਇਹ ਜਿਹੜੀਆਂ ਸਰਕਾਰੀ ਮੰਡੀਆਂ ਨੇ, ਲੋਕਾਂ ਦਾ ਆਪਣਾ ਭਾਈਚਾਰਾ, ਤੇ ਸਰਕਾਰੀ ਮੰਡੀਆਂ ਜਿਹੜੀਆਂ ਹੈਗੀਆਂ ਮਾੜੀਆਂ ਮੋਟੀਆਂ, ਉਹਨਾਂ ਨੂੰ ਖਤਮ ਕਰਨ ਦੀ ਚਾਲ ਹੈ। ਹੋਰ ਇਹਦੇ 'ਚ ਕੁਛ ਨਹੀਂ ਹੈ। ਸਾਡੇ ਇਕੋਨੋਮਿਸਟ ਵੀ ਇਹੀ ਲਿਖੀ ਗਏ ਨੇ। ਮਤਲਬ ਖੇਤ ਨੂੰ ਤੁਸੀਂ ਸਨਅਤ ਨਹੀਂ ਬਣਾ ਸਕਦੇ, ਪਿੰਡ ਨੂੰ ਤੁਸੀਂ ਸ਼ਹਿਰ ਨਹੀਂ ਬਣਾ ਸਕਦੇ। ਇਹ ਲੜਾਈ ਇਹ ਹੈ ਸਿਵਲਾਈਜੇਸ਼ਨ ਦੀ, ਕਿ ਪਿੰਡ ਕੇਂਦਰਿਤ ਜਿਹੜੀ ਸਿਵਲਾਈਜੇਸ਼ਨ ਸੀ, ਜਿਹੜੀ ਗਾਂਧੀ ਵੀ ਕਹਿੰਦਾ ਸੀ, ਜਿਹੜਾ ਗ੍ਰਾਮ ਸਵਰਾਜ ਦੀ ਉਹ ਗੱਲ ਕਰਦਾ ਸੀ ਕਿ ਪੇਂਡੂ ਲੋਕ ਨੇ ਜਿਹੜੇ, ਉਹਨਾਂ ਦਾ ਭਾਈਚਾਰਾ, ਉਹਨਾਂ ਦੀ ਆਪਣੀ ਜਿਹੜਾ ਸਹਿਕਾਰਤਾ ਹੈ, ਜਿਹੜੀ ਉਹਨਾਂ ਦਾ ਕੋਆਪਰੇਸ਼ਨ ਹੈ, ਉਹ ਤੋਂ ਬਿਨਾਂ ਤੁਸੀਂ ਪ੍ਰੋਡਕਸ਼ਨ ਨਹੀਂ ਠੀਕ ਕਰ ਸਕਦੇ। ਅਸੀਂ ਹੁਣ ਕੁਝ ਵਪਾਰੀਆਂ ਦੇ ਹੱਥ 'ਚ ਦੇ ਦਾਂਗੇ, ਅੱਜ ਮੱਧ ਪ੍ਰਦੇਸ਼ ਦੇ ਵਿੱਚ ਵਿਕ ਰਹੀ ਹੈ, ਗੱਲ ਕਿਤੇ ਹੋਰ ਵਿਕ ਜੂਗੀ, ਪਰ ਕੰਟਰੋਲ ਕਿਹਦੇ ਕੋਲ ਹੋਊਗਾ? ਕੌਣ ਡਿਸਾਈਡ ਕਰੂਗਾ ਕਿ ਕਿਸ ਚੀਜ਼ ਦਾ ਕਿਸੇ ਸਮੇਂ ਕਿੰਨਾ ਰੇਟ ਹੋਵੇ? ਇਹ ਹੈ, ਤੁਸੀਂ ਕਿਸਾਨ ਨੂੰ ਹੱਕ ਦੇ ਦਿਓ, ਕਾਰਪੋਰੇਟ ਨੂੰ ਹੋ ਲੈਣ ਦਿਓ। ਕਿਸਾਨ ਨੂੰ ਇਹ ਹੱਕ ਦੇ ਦਿਓ ਕਿ ਆਪਣੀ ਚੀਜ਼ ਦੀ ਪ੍ਰਾਈਸ ਉਹੀ ਤੈਅ ਕਰੂਗਾ। ਉਹ ਨਹੀਂ ਵਿਕੂਗੀ ਨਾ ਉਹਦੀ ਤੈਅ ਕੀਤੀ ਹੋਈ। ਉਹ ਵਪਾਰੀ ਥੋੜੀ ਜਿਹਾ ਵਿਚਾਰਾ, ਉਹ ਤਾਂ ਮਤਲਬ ਉਹਦੀ ਉਹ ਸਕਿੱਲ ਨਹੀਂ ਹੈ। ਤੁਸੀਂ ਆਹ ਅਡਾਨੀ ਦਾ ਆਪਣੇ ਪੰਜਾਬ 'ਚ ਨਹੀਂ ਹੋ ਰਿਹਾ। FCI ਹੈ ਜਿਹੜੀ, ਉੱਥੇ ਉਹਨਾਂ ਨੇ ਫੈਸਿਲਿਟੀ ਕ੍ਰੀਏਟ ਕਰਤੀ ਹੈ ਅਡਾਨੀ ਨੇ। ਉੱਥੇ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਮਤਲਬ 15-15 ਘੰਟੇ ਉਹਨਾਂ ਨੂੰ ਵੇਟ ਕਰਨੀ ਪੈਂਦੀ ਹੈ ਖੜ੍ਹ। ਬਿਲਕੁਲ, ਕਿਉਂਕਿ ਸਰਕਾਰ ਉਹਨਾਂ ਦੇ ਹੱਥ 'ਚ ਵਿਕੀ ਹੋਈ ਹੈ, ਕਾਰਪੋਰੇਟਾਂ ਦੇ। ਉਹਨਾਂ ਦੇ ਢੋਲ ਢਮੱਕੇ ਕਰ ਰਹੀ ਹੈ। ਉਹਨਾਂ ਦੇ ਢੰਡੋਰ 'ਚ ਹੀ ਬਣੇ ਹੋਏ ਨੇ। ਜਿਵੇਂ ਤੁਸੀਂ ਕਿਤੇ ਜਾਓ ਨਾ ਸ਼ਹਿਰ ਦੇ ਵਿੱਚ, ਸ਼ਿਮਲੇ ਖਾਸ ਕਰਕੇ, ਹੋਟਲਾਂ ਦੇ ਬਾਹਰ ਪਹਿਲਾਂ ਹੀ ਨਾ ਉਰਲੇ ਪਾਸੇ ਸੜਕ 'ਤੇ ਉਹ ਕਾਰਡ ਲਈ ਖੜੇ ਹੁੰਦੇ ਨੇ। ਸਰਕਾਰ ਦਾ ਇਹ ਹਾਲ ਹੈ। ਇਹ ਕਾਰਪੋਰੇਟ ਦੇ ਹੱਥ ਦੇ ਵਿੱਚ ਟੋਟਲੀ ਵਿਕ ਕੇ ਜਿਵੇਂ ਉਹਨਾਂ ਦਾ ਏਜੰਡਾ ਉਸ ਹਿਸਾਬ ਨਾਲ ਕਰਨਾ ਚਾਹੁੰਦੇ ਨੇ। ਅੱਛਾ, ਏਡੀ ਵੱਡੀ ਪਾਪੂਲੇਸ਼ਨ, ਲੱਖਾਂ, ਸਾਡੇ 7 ਲੱਖ ਮਤਲਬ ਪਿੰਡ ਹੈਗਾ ਘੱਟੋ ਘੱਟ। ਉਹਨਾਂ ਨੂੰ ਤੁਸੀਂ ਕਾਰਪੋਰੇਟ ਜਿਹੜਾ ਬਾਹਰ ਫੇਲ ਹੋ ਗਿਆ ਮਾਡਲ, ਅਮਰੀਕਾ, ਕੈਨੇਡਾ, ਜਿੱਥੇ ਜਿੱਥੇ ਵੀ ਕਾਰਪੋਰੇਟਾਈਜੇਸ਼ਨ ਹੋਈ ਹੈ ਐਗਰੀਕਲਚਰ ਦੀ, ਉੱਥੇ ਹਾਲ ਸਾਡੇ ਸਾਹਮਣੇ ਹੈ। ਔਰ ਉਹਦੀ ਪਾਪੂਲੇਸ਼ਨ ਕਿੰਨੀ ਘੱਟ ਹੈ ਸਾਡੇ ਨਾਲੋਂ। ਉਹ ਤਾਂ ਕਰ ਵੀ ਸਕਦੇ ਸੀ, ਸਾਡੇ ਕਿਵੇਂ ਹੋ ਜੂਗੀ ਇਹ? ਇਹ ਬਿਲਕੁਲ ਸੁਸਾਈਡਲ ਰਸਤਾ ਹੈ। ਇਹਦੇ ਨਾਲ ਬਦਅਮਨੀ ਫੈਲੂਗੀ ਹੋਰ। ਕਿਸਾਨ ਦੁਬਾਰਾ ਸੰਘਰਸ਼ ਦੇ ਰਾਹ ਪੈਣਗੇ। ਔਰ ਕੋਈ ਅਸੀਂ ਉਹ ਜਿਹੜਾ ਸਿਸਟਮ ਮਾੜਾ ਮੋਟਾ ਬਣਾਇਆ ਹੋਇਆ ਸੀ, ਜਿਹੜਾ ਪਬਲਿਕ ਡਿਸਟਰੀਬਿਊਸ਼ਨ ਸਿਸਟਮ, ਅਸੀਂ ਉਹਨੂੰ ਤਬਾਹ ਕਰਨ ਲਈ ਜਾ ਰਹੇ ਹਾਂ ਕਾਰਪੋਰੇਟਾਂ ਦੇ ਹੱਕ 'ਚ। ਜੀ ਬਿਲਕੁਲ। ਸੋ ਇਹਦਾ ਨੁਕਸਾਨ ਹੋਊਗਾ। ਜਿਵੇਂ ਭੱਟੀ ਸਾਹਿਬ, ਜਦੋਂ ਅਸੀਂ ਕਾਰਪੋਰੇਟ ਹਾਊਸ ਦੀ ਗੱਲ ਕਰਦੇ ਹਾਂ, ਹੁਣ ਤੁਸੀਂ ਦੇਖੋ ਕਿ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਵੀ ਪਰਸਨੈਲਿਟੀ, ਕੋਈ ਵੀ ਸ਼ਖਸੀਅਤ ਭਾਰਤ ਆਉਂਦੇ ਨੇ ਗੈਸਟ ਬਣ ਕੇ, ਤਾਂ ਅਡਾਨੀ, ਅੰਬਾਨੀ ਦੇ ਉਹਨਾਂ ਦੇ ਸਵਾਗਤ ਦੇ ਵਿੱਚ ਬੋਰਡ ਲੱਗੇ ਹੁੰਦੇ ਆ ਸੜਕਾਂ ਦੇ ਉੱਤੇ। ਉਹ ਜਿਹੜੇ ਇਹਦੇ ਮਤਲਬ ਆਪਣੇ ਇੰਗਲੈਂਡ ਦਾ, ਜਿਹੜਾ ਇੰਗਲੈਂਡ ਦੇ, ਇਸ ਤੋਂ ਪਹਿਲਾਂ ਵੀ ਇੱਕ ਵਾਰ ਇਹ ਗੱਲ ਹੋਈ ਸੀ ਕਿ ਆਹ ਵੀ ਤਾਂ ਬਣਦਾ ਕਿ ਦੇਖੋ, ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿ ਦੇਸ਼ ਤਾਂ ਫਿਰ ਉਹਨਾਂ ਦੇ ਹੱਥਾਂ 'ਚ ਹੀ ਹੈ, ਜਿਵੇਂ ਚਾਹਣਗੇ ਉੱਦਾਂ ਹੋਊਗਾ।
ਐਕਚੁਅਲੀ ਪਤਾ ਕੀ ਹੈ, ਦੇਖੋ ਜਿਹੜੀਆਂ ਤਾਂ ਭੀੜਾਂ ਨੇ ਉਹਨਾਂ ਨੂੰ ਤਾਂ ਤੁਸੀਂ ਧਰਮ ਦਾ ਢੋਲ ਵਜਾਓ, ਉਹਨਾਂ ਨੂੰ ਕਮਲੇ ਕਰੀ ਰੱਖੋ। ਜਿਹੜਾ ਸ਼ਕਤੀ ਹੈ, ਅਸਲੀ ਸਾਧਨ ਨੇ ਜਿਹੜੇ ਸਾਰੇ ਦੇ ਸਾਰੇ, ਚਾਹੇ ਉਹ ਹਵਾਈ ਜਹਾਜ਼ ਨੇ, ਚਾਹੇ ਉਹ 에ਅਰਪੋਰਟ ਨੇ, ਚਾਹੇ ਉਹ ਰੇਲਵੇ ਹੈ, ਚਾਹੇ ਕੁਝ ਵੀ ਹੈ, ਚਾਹੇ ਲੋਕ ਨੇ ਸਾਰੇ, ਮਨੁੱਖਾ ਸ਼ਕਤੀ, ਉਹ ਉਹਨਾਂ ਦੇ ਕਾਰਪੋਰੇਟ ਦੇ ਹੱਥ 'ਚ ਦੇ ਦਿਓ। ਇਹ ਪਰਫੈਕਟ ਰੈਸਪੀ ਹੈ ਫਾਰ ਅਨਾਰਕੀ ਜੀ, ਡਿਸਟਰਕਸ਼ਨ, ਤਬਾਹੀ ਦਾ ਰਸਤਾ ਹੈ ਇਹ। ਮਤਲਬ ਮੈਨੂੰ ਨਹੀਂ ਸਮਝ ਆਉਂਦੀ ਇਸ ਗੱਲ ਦੀ ਵੀ ਕਿਉਂ ਇਹਨਾਂ ਦੀ ਅੱਖ ਨਹੀਂ ਰੱਬ ਖੋਲ੍ਹਦਾ। ਇਹਦੇ 'ਚ ਤਬਾਹੀ ਤੋਂ ਬਿਨਾਂ ਕਿਸੇ ਮੁਲਕ 'ਚ ਕੁਝ ਨਹੀਂ ਨਿਕਲਿਆ ਕਦੇ ਵੀ। ਔਰ ਸਾਡੇ ਸਾਹਮਣੇ ਹੀ ਹੈ, ਤੁਸੀਂ ਦੇਖ ਲਓ, ਥੋੜ੍ਹੇ ਜਿਹੇ ਲੋਕ ਨੇ ਜਿਹੜੇ ਇਹਦੇ 'ਚ ਖੁਸ਼ ਹੋਣਗੇ, ਜਿਹੜੇ ਢੋਲ ਢਮੱਕਾ ਕਰ ਰਹੇ ਨੇ ਉਸ ਤਰੀਕੇ ਦੇ ਨਾਲ। ਉਹਦੇ 'ਚ ਇਹ ਹੈ ਵੀ ਇੰਟਰਸਟਿੰਗਲੀ ਮੀਡੀਆ ਰਲ ਗਿਆ। ਉਹ ਮੈਨੂੰ ਕੋਈ ਆਪਣੇ ਹੱਥਾਂ 'ਚ ਲੈ ਲਿਆ ਉਹਨਾਂ ਨੇ। ਅੱਜ ਦੇ ਮੀਡੀਆ ਨੂੰ ਦੇਖ ਕੇ ਨਾ ਮੈਨੂੰ ਗੱਲ ਯਾਦ ਆ ਰਹੀ ਹੈ, ਉਹ ਇੱਕ ਵਿਆਹ 'ਚ ਨਾ ਸ਼ਰਾਬੀ ਹੋ ਕੇ ਉਹ ਨੱਚੀ ਜਾ ਰਹੇ ਸੀ ਡੀਜੇ ਦੇ ਉੱਪਰ। ਸਾਰੇ ਉਹਨਾਂ ਨੂੰ ਸਮਝਾਈ ਜਾਣ ਵੀ ਹਟ ਜਾਓ ਤੁਸੀਂ ਕਿਉਂ ਐਵੇਂ ਬੰਦ ਕਰੀਏ, ਹੁਣ ਜਾਣ ਦਾ ਵਧਾਈਗੀ ਦਾ ਟਾਈਮ ਆ ਗਿਆ ਜੀ। ਉਹ ਇੱਕ ਬਜ਼ੁਰਗ ਨੇ ਕਿਹਾ, ਕਹਿੰਦੇ ਇਹਦੇ 2 ਕੰਨ ਤੇ ਮਾਰੋ ਜਿਹੜਾ ਕਹਿੰਦਾ ਢੋਲ ਢਮੱਕਾ ਜਿਹਾ ਕਰ ਰਿਹਾ ਡੀਜੇ ਵਾਲਾ, ਇਹ ਬੰਦ ਕਰਾਓ। ਜਦੋਂ ਡੀਜੇ ਨਹੀਂ ਵੱਜੂਗਾ ਕਿੰਨੀ ਦੇਰ ਨੱਚਣਾ ਕਿਸੇ ਨੇ। ਬਿਲਕੁਲ। ਸੋ ਜਿਹੜੀਆਂ ਭੀੜਾਂ ਦਾ ਕਲਚਰ ਅਸੀਂ ਸਿਰਜ ਰਹੇ ਹਾਂ, ਉਹਦੇ 'ਚ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਔਰ ਮੀਡੀਆ ਬੇਸਿਕਲੀ ਉਹਨਾਂ ਦਾ ਡੀਜੇ ਹੀ ਹੈ, ਉਹ ਸਾਰਾ ਕਾਰਪੋਰੇਟ ਹਾਊਸ ਵਾਲਿਆਂ ਦਾ ਡੀਜੇ ਹੈ ਬੇਸਿਕਲੀ। ਉਹ ਫਿਰ ਡੀਜੇ ਵਾਲੇ ਬਾਬੂ ਮੇਰਾ ਗਾਣਾ ਚਲਾ ਦੇ, ਉਹ ਚਲਾ ਰਹੇ ਨੇ ਉਹਦਾ ਗਾਣਾ, ਇਹੀ ਹੈ। ਬਿਲਕੁਲ। ਹਾਂ ਭੱਟੀ ਸਾਹਿਬ, ਪਰ ਲੋਕਾਂ ਨੂੰ ਸਮਝਣਾ ਪਊਗਾ ਨਾ, ਜੇਕਰ ਲੋਕਾਂ ਨੂੰ ਜਾਗਣਾ ਪੈਣਾ ਜੀ, ਹੋਰ ਰਸਤਾ ਕੋਈ ਨਹੀਂ ਹੈ। ਰਸਤਾ ਕੋਈ ਨਹੀਂ, ਬਿਲਕੁਲ ਜੀ। ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ। ਸ਼ੁਕਰੀਆ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਨਾਲ ਅਸੀਂ ਗੱਲਬਾਤ ਕੀਤੀ। ਬਹੁਤ ਖੂਬ ਬਿਆਨ ਵੀ ਕੀਤਾ ਭੱਟੀ ਸਾਹਿਬ ਨੇ। ਤੁਸੀਂ ਸਾਨੂੰ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜ਼ਰੂਰ ਭੇਜਿਓ ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।